ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਗੁਰੂ ਨਾਨਕ ਸਾਹਿਬ ਹਜ਼ੂਰ, ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ। ਭੂਲ ਛਿਮੋ ਹਮਰੀ ਪ੍ਰਭਾਪਨ ਭੂਲਨਹਾਰ ਕਹਾਂ ਕੋ ਮੋਸੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸਾ ਦੀ ਵਾਰ ਦੀ ਬਾਣੀ ਦੇ ਦਰਸ਼ਨ ਕੁਝ ਚਿਰ ਤੋਂ ਚੱਲ ਰਹੇ ਹਨ ਮਹਾਰਾਜ। ਪਿਛਲੇ ਹਫ਼ਤੇ ਦੀ ਗੈਰ ਹਾਜ਼ਰੀ ਲਈ ਮਾਫੀ ਚਾਹੁੰਦੇ ਹਾਂ। ਅਚਨਚੇਤ ਜਾਣਾ ਪੈ ਗਿਆ। ਗੁਰੂ ਦੀ ਕਿਰਪਾ, ਸੰਗਤ ਦੀ ਅਸੀਸ, ਮਹਾਰਾਜ ਦੇ ਦਰਸ਼ਨ ਬਾਣੀ ਦੇ ਜ਼ਰੀਏ ਹੁੰਦੇ ਹਨ ਹਜ਼ੂਰ। ਗੁਰੂ ਨੂੰ ਮਿਲਣ ਦੀ ਵਿਧੀ, ਬਾਣੀ ਨਾਲ ਮਨ ਇਕਮਿਕ ਕਰਨਾ ਇੱਕ ਵਿਧੀ ਹੈ। ਮਨ ਜਦੋਂ ਗੁਰੂ ਨਾਲ ਜੁੜਦਾ ਹੈ, ਲੈ ਹੋ ਜਾਂਦਾ ਹੈ ਤੇ ਆਪਣਾ ਮਨ ਗਿਰ ਜਾਂਦਾ ਹੈ ਮਹਾਰਾਜ। ਡਿੱਠੇ ਮੁਕਤ ਨਾ ਹੋਵਈ, ਜਿਚਰ ਸ਼ਬਦ ਨਾ ਕਰੀ ਵਿਚਾਰ। ਸ਼ਬਦ ਦਾ ਧਿਆਨ ਔਰ ਸ਼ਬਦ ਦਾ ਵਿਚਾਰ, ਇਹ ਦੋਨੋਂ ਸਿੱਖ ਦੇ ਮਨ ਨੂੰ ਘੜਦਾ ਹੈ। ਘੜੀਏ ਸ਼ਬਦ ਸੱਚੀ ਟਕਸਾਲ, ਜਿਨ ਕੋ ਨਦਰ ਕਰਮ ਤਿਨਕਾਰ। ਨਦਰ ਦੀ ਜੀਵਨ ਦੀ ਕਿਰਪਾ ਦੀ ਇੱਕ ਨਿਸ਼ਾਨੀ ਹੈ ਕਿ ਸ਼ਬਦ ਨਾਲ ਸਾਂਝ ਪੈ ਜਾਏ ਮਹਾਰਾਜ। ਮਨ ਇਕਾਗਰ ਕਰਨਾ ਇਹ ਮੇਰਾ ਕੰਮ ਹੈ। ਸਿੱਖ ਦਾ ਕੰਮ ਹੈ ਖੋਜਣਾ। ਇਸ ਮਨ ਕੋ ਕੋਈ ਖੋਜੋ ਪਾਈ, ਤਨ ਛੂਟੇ ਮਨ ਕਹਾਂ ਸਮਾਈ। ਇਹ ਖੋਜਣਾ ਘੱਟ ਹੀ ਖੋਜੋ ਪਾਈ। ਇਸ ਖੋਜਣ ਦਾ ਆਦੇਸ਼ ਗੁਰੂ ਕਰਦਾ ਹੈ ਬਾਰ ਬਾਰ। ਮਨ ਨੂੰ ਖੋਜੀਏ। ਮਨ ਔਰ ਸ਼ਬਦ ਦੀ ਕਿਰਪਾ ਨਾਲ ਭਵ ਜਲ ਪਾਰ ਜਾ ਸਕਦੇ ਹਾਂ ਹਜ਼ੂਰ। ਸਾਹਿਬ ਸਮਝਾਉਂਦੇ ਹਨ ਬਾਰ ਬਾਰ। ਆਸਾ ਦੀ ਵਾਰ ਦੀ ਅਸੀਂ ਬਾਣੀ ਦੇ ਦਰਸ਼ਨ ਕੁਝ ਚਿਰ ਤੋਂ ਕਰ ਰਹੇ ਹਾਂ। ਅੱਜ ਅਸੀਂ 14ਵੀਂ ਪੌੜੀ ਦੇ ਦਰਸ਼ਨ ਕਰਨੇ ਹਨ। ਮਨ ਇਕਾਗਰ ਹੋਏ, ਸਾਵਧਾਨ ਹੋਏ, ਗੁਰੂ ਬਾਣੀ ਵਿੱਚ ਪ੍ਰਗਟ ਹੁੰਦਾ ਹੈ ਮਹਾਰਾਜ। ਨਾਨਕ ਭਗਤਾਂ ਸਦਾ ਵਿਗਾਸ, ਸੁਣੀਏ ਦੁੱਖ ਪਾਪ ਕਾ ਨਾਸ। ਗੁਰਪ੍ਰਸਾਦ ਨੂੰ ਕਿਵੇਂ ਸੰਭਾਲਣਾ ਹੈ, ਕਿਵੇਂ ਪਾਇਆ ਜਾ ਸਕਦਾ ਹੈ, ਗੁਰੂ ਇੱਕ ਨੁਕਤਾ ਅੱਜ ਸਮਝਾਣਗੇ। ਕਰਮ ਕਾਂਡ ਦਾ ਜੀਵਨ ਵਿੱਚ ਕੀ ਹਿੱਸਾ ਹੈ। 2 ਸ਼ਲੋਕ ਹਨ ਇਸ 14ਵੀਂ ਪੌੜੀ ਦੇ ਦਰਸ਼ਨਾਂ ਵਿੱਚ। ਗੁਰੂ ਨਾਨਕ ਸਾਹਿਬ ਦੀ ਬਾਣੀ ਹੈ। ਮਹਾਰਾਜ ਦੀ ਕਿਰਪਾ ਆਸੀਸ ਸਦਕਾ ਕੋਈ ਵੀਰ ਭੈਣ ਇਸ ਪਦੇ ਨੂੰ, ਪੌੜੀ ਨੂੰ ਪੜ੍ਹਦੇ, ਫਿਰ ਅਸੀਂ ਇਹਦੇ ਵਿਚਾਰਾਂ 'ਚ ਉਤਰਦੇ ਹਾਂ ਮਹਾਰਾਜ। ਬਹੁਤ ਧੰਨਵਾਦ। ਵਾਹਿਗੁਰੂ ਜੀ। ਸ਼ਲੋਕ ਮਹਿਲਾ ਪਹਿਲਾ। ਸਿੰਬਲ ਰੁਖ ਸਰਾਇਰਾ, ਅਤ ਦੀਰਘ ਅਤ ਮੁੱਚ। ਹੋਏ ਜੇ ਆਵੇਂ ਆਸ ਕਰ, ਜਾਏ ਨਿਰਾਸੇ ਕਿਤ। ਫਲ ਫਿੱਕੇ ਫੁੱਲ ਬਕਬਕੇ, ਕੰਮ ਨ ਆਵੇਂ ਪਤ। ਮਿੱਠਤ ਨੀਵੀਂ ਨਾਨਕਾ, ਗੁਣ ਚੰਗਿਆਈਆਂ ਤਤ। ਸਭ ਕੋ ਨਿਵੈ ਆਪ ਕੋ, ਪਰ ਕੋ ਨਿਵੈ ਨ ਕੋਏ। ਧਰ ਤਰਾਜੂ ਤੋਲੀਐ, ਨਿਵੈ ਸੋ ਗੋਰਾ ਹੋਏ। ਅਪਰਾਧੀ ਤੂਣਾ ਨਿਵੈ, ਜੋ ਹੰਤਾ ਮਿਰਗਾਏ। ਸੀਸ ਨਿਵਾਈਏ ਕਿਆ ਥੀਐ, ਜਾ ਹਿਰਦੈ ਕੁਸੁਦੇ ਜਾਏ। ਮਹਿਲਾ ਪਹਿਲਾ। ਪੜ੍ਹ ਪੁਸਤਕ ਸੰਧਿਆ ਬਾਦੰ, ਸਿਲ ਪੂਜਸ ਪਗੁਲ ਸਮਾਦੰ। ਮੁਖ ਝੂਠ ਵਿਭੂਖਣ ਸਾਰੰ, ਤ੍ਰੈ ਪਾਲ ਤਿਹਾਲ ਵਿਚਾਰੰ। ਗਲਮਾਲਾ ਤਿਲਕ ਲਿਲਾਟੰ, ਤੋਏ ਧੋਤੀ ਬਸਤਰ ਕਪਾਟੰ।
ਜੇ ਜਾਣਸ ਬ੍ਰਹਮੰ ਕਰਮੰ ਸਫੋਕਟ ਨਿਸ਼ਚੋ ਕਰਮੰ। ਕੋਹ ਨਾਨਕ ਨੇਚੋ ਧਿਆਵੈ ਵਿਣ ਸਤਿਗੁਰ ਵਾਟ ਨਾ ਪਾਵੈ। ਪੌੜੀ। ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ। ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਹੁਕਮ ਕੀਏ ਮਨ ਪਾਵਦੇ ਰਾਹ ਭੀੜੈ ਅੱਗੇ ਜਾਵਣਾ। ਨੰਗਾ ਦੋਜ਼ਕ ਚਾਲਿਆ ਤਾਂ ਦਿਸੈ ਖਰਾ ਡਰਾਵਣਾ। ਕਰ ਔਗਣ ਪਛੋਤਾਵਣਾ ਕਰ ਔਗਣ ਪਛੋਤਾਵਣਾ। ਵਾਹਿਗੁਰੂ ਜੀ। ਧੰਨਵਾਦ ਮਹਾਰਾਜ। ਕਰ ਔਗੁਣ ਪਛੋਤਾਵਨਾ। ਮਹਾਰਾਜ ਨੇ ਕਈ ਵਾਰ ਇੱਕ ਹੀ ਪੰਕਤੀ ਵਿੱਚ ਬਹੁਤ ਕੁਝ ਕਹਿ ਜਾਂਦੇ ਹਨ। ਪਛਤਾਵਾ ਹੁੰਦਾ ਹੈ ਜੇ ਅਵਗੁਣ ਕਰਦੇ ਹਾਂ। ਅਵਗੁਣਾਂ ਦਾ ਸੋਰਸ ਹਉਮੈ ਹੈ। ਅਗਰ ਜੀਵਨ ਵਿੱਚ ਵਿਚਰੇ ਆਜੀਵਨ ਹਉਮੈ ਵਿੱਚ ਹੀ ਰਹੇ ਤਾਂ ਉਸ ਨੂੰ ਨਹੀਂ ਜਾਣ ਪਾਵਾਂਗੇ ਜਿਹੜਾ ਕਰਤਾ ਹੈ, ਜਿਹੜਾ ਜੀਵਨ ਨੂੰ ਬਣਾਉਂਦਾ ਹੈ ਉਸ ਨੂੰ ਜੀਵਨ ਵਿੱਚ ਨਹੀਂ ਪ੍ਰਗਟ ਕਰ ਪਾਵਾਂਗੇ। ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਮਹਾਰਾਜ ਜਪਜੀ ਸਾਹਿਬ ਵਿੱਚ ਸਮਝਾਉਂਦੇ ਹਨ ਕਿ ਸਭ ਗੁਣ ਉਸੇ ਤੋਂ ਹਨ। ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ। ਜਿਨ੍ਹਾਂ ਕੋਲ ਗੁਣ ਨਹੀਂ ਹਨ ਉਹ ਗੁਣ ਉਸ ਤੋਂ ਹੀ ਲੈਂਦੇ ਹਨ, ਔਰ ਜਿਨ੍ਹਾਂ ਕੋਲ ਗੁਣ ਹਨ ਉਹਨਾਂ ਨੂੰ ਵੀ ਉਸੇ ਤੋਂ ਮਿਲੇ ਹਨ। ਕਿਸ ਤੋਂ ਮਿਲੇ ਹਨ ਮਹਾਰਾਜ? ਗੁਰਪ੍ਰਸਾਦ ਤੋਂ ਮਿਲੇ ਹਨ ਮਹਾਰਾਜ, ਨਾਮ ਤੋਂ ਮਿਲੇ ਹਨ। ਨਾਮ ਦੇ ਦਰਸ਼ਨਾਂ ਵਿੱਚ ਹੀ ਗੁਣ ਅਸੀਂ ਖਜ਼ਾਨਾ ਇਕੱਠਾ ਕਰਦੇ ਹਾਂ, ਜਿਸ ਨੂੰ ਸਾਹਿਬ ਨੇ ਜਪਜੀ ਸਾਹਿਬ ਵਿੱਚ ਟਕਸਾਲ ਕਰਕੇ ਸਮਝਾਇਆ ਹੈ। ਇੱਕ ਸੋਨੇ ਦੀ ਮਿੰਟ ਹੈ ਜਿੱਥੇ ਵੈਲਥ ਘੜੀ ਜਾ ਰਹੀ ਹੈ। ਮਨ ਦੀ ਹੈ ਮਹਾਰਾਜ। ਉਸ ਤਰ੍ਹਾਂ ਦੀ ਵੈਲਥ ਨਹੀਂ ਹੈ ਜਿਹੜੀ ਦੁਨੀਆ ਵਿੱਚ ਵਰਤੀ ਜਾਏ, ਪਰ ਇਹ ਜੀਵਨ ਦੀ ਵੈਲਥ ਹੈ। ਇਸ ਤੋਂ ਸਭ ਕੁਝ ਬਣਦਾ ਹੈ। ਜੀਵਨ ਵੀ ਇਸੇ ਤੋਂ ਬਣਦਾ ਹੈ। ਨਾਮ ਦੀ ਕਮਾਈ ਨੂੰ ਅਸੀਂ ਖਰਚਦੇ ਕਿਵੇਂ ਹਾਂ ਮਹਾਰਾਜ? ਹਉਮੈ ਤੋਂ ਖਰਚਦੇ ਹਾਂ ਹਜ਼ੂਰ। ਨਾਮ ਦੀ ਕਮਾਈ ਨੂੰ ਹਉਮੈ ਵਿੱਚ ਖਰਚਿਆ ਔਰ ਜੀਵਨ ਖਤਮ ਹੋ ਗਿਆ ਤਾਂ ਮਹਾਰਾਜ ਕਹਿੰਦੇ ਹਨ ਵਿੱਚ ਦੁਨੀਆ ਕਾਹੇ ਆਇਆ? ਖਰਚ ਕਰਨ ਹੀ ਆਇਆ ਸੀ ਬਸ। ਨਾਮ 'ਚੋਂ ਕਮਾਈ ਮਿਲਦੀ ਹੈ, ਸ਼ਕਤੀ ਮਿਲਦੀ ਹੈ। ਜਿਹੜਾ ਘੱਟ ਹਉਮੈ ਨੂੰ ਵਰਤੇਗਾ ਉਹ ਕਮਾਈ ਨੂੰ ਸੰਭਾਲ ਲਏਗਾ ਮਹਾਰਾਜ। ਜਿਹੜਾ ਹਉਮੈ ਵਿੱਚ ਜ਼ਿਆਦਾ ਰਹੇਗਾ ਉਹ ਜ਼ਿਆਦਾ ਖਰਚ ਕਰੇਗਾ। ਮਨ ਦੇ ਵਿੱਚ ਨਾਮ ਦਾ ਬੈਲੈਂਸ ਘੱਟ ਰਹੇਗਾ, ਊਰਜਾ ਘੱਟ ਰਹੇਗੀ, ਜੀਵਨ ਵਿੱਚ ਵਿਘਨ ਜ਼ਿਆਦਾ ਰਹਿਣਗੇ। ਕਰ ਅਵਗੁਣ ਪਛੋਤਾਵਣਾ। ਇੱਕ ਯਾਤਰਾ ਤੋਂ ਨਿਕਲੇ ਹਾਂ ਜੀਵਨ ਵਿੱਚ। ਉਸ ਯਾਤਰਾ ਵਿੱਚ ਕੁਝ ਕਰਨ ਨੂੰ, ਕੁਝ ਮੌਕੇ ਨੂੰ, ਕੁਝ ਓਪਰਚੁਨਿਟੀ ਮਿਲੀ ਹੈ, ਇੱਕ ਮੌਕਾ ਮਿਲਿਆ ਹੈ। ਔਰ ਯਾਤਰਾ ਵਿੱਚ ਉਹ ਮੌਕਾ ਨਾ ਕਮਾਇਆ, ਉਹ ਨਾ ਕਮਾਇਆ ਜਿਹੜਾ ਇਸ ਤੋਂ ਨਾਲ ਸਦਾ ਲੈ ਕੇ ਜਾਣਾ ਹੈ, ਤਾਂ ਫਿਰ ਆਵਾਗਮਨ ਦੇ ਵਿੱਚ ਹੀ ਘੁੰਮਦੇ ਰਹਾਂਗੇ। ਦੁੱਖ ਔਰ ਸੁੱਖ ਦੇ ਬਾਰੰਬਾਰ ਦੇ ਸਾਈਕਲ ਵਿੱਚ ਹੀ ਜੀਵਨ ਚੱਲਦਾ ਰਹੇਗਾ। ਕਦੇ ਘੱਟ ਹੈ, ਕਦੇ ਵਾਧ ਹੈ, ਪਰ ਥਿਰ ਨਹੀਂ ਹੈ। ਹਜ਼ੂਰ ਕਹਿੰਦੇ ਹਨ ਕਿ ਅਵਗੁਣ ਨਾ ਕਰੀ ਨਹੀਂ ਤੇ ਪਛਤਾਏਗਾ। ਨਾਮ ਦੇ ਨਾਲ ਜੁੜ ਕੇ ਅਵਗੁਣ ਮਿਟਦੇ ਹਨ ਮਹਾਰਾਜ।
ਤਾਂ ਫਿਰ ਲਾਭ ਹੈ ਆਉਣ ਦਾ। ਗੁਣਾਂ ਨੂੰ ਕਿਵੇਂ ਸੰਭਾਲਣਾ ਹੈ, ਗੁਰਪ੍ਰਸਾਦੀ ਦਾ ਜੀਵਨ ਕਿਵੇਂ ਜੀ ਲੈਣਾ ਹੈ। ਅੱਜ ਗੁਰੂ ਇੱਕ ਪੇੜ ਦੀ ਸਿਮਲੀ ਰਾਹੀਂ ਸਮਝਾਣਗੇ ਮਹਾਰਾਜ। ਪੇੜਾਂ ਦਾ ਕਿਤਨਾ ਗਹਿਨ ਰਿਲੇਸ਼ਨਸ਼ਿਪ ਹੈ ਬਾਣੀ ਵਿੱਚ। ਕਈ ਜਗ੍ਹਾ ਪੇੜਾਂ ਦੇ ਦਰਸ਼ਨ ਆਏ ਹਨ। ਦਾਖ ਦੀ ਗੱਲ ਹੋਈ ਹੈ। ਇੱਕ ਬ੍ਰਿਖ ਹੈ ਦਾਖ ਦਾ, ਟਾਹਲੀ ਹੈ। ਬੇਰ ਦੀ ਗੱਲ ਹੋਈ ਹੈ। ਮਹਾਰਾਜ ਕਹਿੰਦੇ ਹਨ ਸਾਨੂੰ, ਕਿੱਕੜ ਦੀ ਵੀ ਗੱਲ ਚਲਾਈ ਸੀ ਇੱਕ ਜਗ੍ਹਾ ਤੇ। ਕਿੱਕੜ ਬੀਜੇ ਜੱਟ, ਮੰਗੇ ਦਾਖ ਵਿਜੋਰੀਆਂ। ਅੱਜ ਇੱਕ ਇਹੋ ਜਿਹੇ ਪੇੜ ਦੀ ਗੱਲ ਕਰਦੇ ਹਨ ਜਿਹੜਾ ਬਹੁਤ ਉੱਚਾ ਹੈ, ਵੱਡਾ ਹੈ, ਮੋਟਾ ਹੈ, ਸਿੱਧਾ ਤੀਰ ਦੀ ਤਰ੍ਹਾਂ ਹੈ। ਇਹ ਹੁਣ ਦਿੱਲੀ ਵਿੱਚ ਵੀ ਬੜਾ ਦਿਖਦਾ ਹੈ। ਸਿੰਬਲ ਦਾ ਪੇੜ ਹੈ। ਔਰੰਜ ਕਲਰ ਦੇ ਫੁੱਲ ਆਉਂਦੇ ਹਨ ਇਹਦੇ 'ਚ। ਮਹਾਰਾਜ ਜੀਵਨ ਬਾਰੇ ਕੁਝ ਸਮਝਾਉਣ ਲੱਗੇ ਹਨ, ਔਰ ਜੇ ਸਿੱਖ ਸੁਚੇਤ ਹੋ ਕੇ ਸਮਝੇ ਤਾਂ ਗੁਰੂ ਦੀ ਇੱਕ ਵੀ ਗੱਲ ਜੀਵਨ ਬਦਲ ਦਿੰਦੀ ਹੈ। ਜੀਵਨ ਵਿੱਚ ਮਨ ਨੂੰ ਥਿਰ ਕਰਨਾ ਹੈ, ਔਰ ਗੁਰੂ ਦਾ ਬਚਨ ਮਨ ਨੂੰ ਥਿਰ ਕਰਨ ਦੀ ਵਿਧੀ ਹੈ। ਗੁਰੂ ਦੇ ਕਿਸੇ ਇੱਕ ਵੀ ਬਚਨ ਨੂੰ ਪੂਰੀ ਤਰ੍ਹਾਂ ਕਮਾ ਲਵਾਂਗੇ ਤਾਂ ਗੁਰੂ ਮਨ ਵਿੱਚ ਹਾਜ਼ਰ ਹੋ ਜਾਣਗੇ। ਕਿਉਂਕਿ ਮਨ ਨੂੰ, ਬਚਨ ਨੂੰ ਕਮਾਣਾ ਆਪਣੇ ਮਨ ਨੂੰ ਗੇਰਨਾ ਹੈ। ਜਦ ਤੱਕ ਹਉਮੈ ਰੂਪੀ ਮਨ ਨਾਲ ਰਹੇਗਾ, ਗੁਰੂ ਨਾਲ ਮਿਲਣ ਨਹੀਂ ਹੋ ਸਕਦਾ ਹੈ। ਗੱਲ ਵਿਚਾਰਨ ਵਾਲੀ ਤਾਂ ਇਹ ਹੈ ਤੱਤ ਦੀ। ਹਉਮੈ ਰੂਪੀ ਜੀਵਨ ਦੁਨਿਆਵੀ ਕੰਮ 'ਚ ਆਉਂਦਾ ਹੈ। ਇੱਕ ਟੂਲ ਹੈ ਜੀਵਨ ਵਾਸਤੇ, ਉਹਦੇ ਬਿਨਾਂ ਜੀਵਨ ਨਹੀਂ ਚੱਲੇਗਾ। ਪਰ ਨਿਰੰਕਾਰ ਦੇ ਦਰਵਾਜ਼ੇ ਤੇ ਹਉਮੈ ਨਹੀਂ ਲੈ ਕੇ ਜਾ ਸਕਦੇ। ਹਉਮੈ ਨਾਮੇ ਨਾਲ ਵਿਰੋਧ ਹੈ, ਦੋਏ ਨਾ ਬਸੇ ਇੱਕ ਥਾਂ। ਨਿਰੰਕਾਰ ਨੇ ਇੱਕ ਜੀਵਨ ਦਿੱਤਾ ਹੈ, ਸਾਨੂੰ ਨਾਲ ਹਉਮੈ ਦੇ ਜੀਵਨ ਨੂੰ ਐਕਸਪੀਰੀਅੰਸ ਕਰਨ ਦਾ ਇੱਕ ਮੌਕਾ ਦਿੱਤਾ ਹੈ, ਜਾਣ ਲੈਣ ਵਾਸਤੇ ਕਿ ਜੀਵਨ ਹੈ ਕੀ। ਇਹ ਸੁੱਖ ਔਰ ਦੁੱਖ, ਮਾਨ ਔਰ ਅਪਮਾਨ, ਨਫਾ ਨੁਕਸਾਨ, ਬਸ ਇਹੀ ਜੀਵਨ ਹੈ ਜਾਂ ਇਸ ਤੋਂ ਅੱਗੇ ਕੁਝ ਹੋਰ ਵੀ ਹੈ। ਗੁਰੂ ਕਹਿ ਰਹੇ ਹਨ, ਸਿੰਬਲ ਰੁਖ ਸਰਾਇਰਾ, ਅਤ ਦੀਰਘ ਅਤ ਮੁੱਚ। ਸਿੰਬਲ ਦਾ ਪੇੜ ਹੈ। ਸਰਾਇਰਾ ਬਿਲਕੁਲ ਤੀਰ ਵਰਗਾ ਉੱਪਰ ਜਾਂਦਾ ਹੈ। ਅਤ ਦੀਰਘ ਬਹੁਤ ਲੰਬਾ ਹੈ, ਔਰ ਮੁੱਚ ਬਹੁਤ ਮੋਟਾ ਹੈ। ਯਾਨੀ ਕਿ ਅੱਖੋਂ ਦੇਖੀ ਦਰਸ਼ਨ ਵੱਡੇ ਹਨ। ਪਰ ਗੁਰੂ ਕਹਿੰਦੇ ਹਨ ਕਿ ਇੱਥੇ ਜਿਹੜੇ ਪੰਛੀ ਆਉਂਦੇ ਹਨ, ਉਹਨਾਂ ਨਾਲ ਕੁਝ ਚੰਗਾ ਨਹੀਂ ਹੋ ਰਿਹਾ। ਉਹ ਵੀ ਆਵੇ ਆਸ ਕਰ, ਜਾਹੇ ਨਿਰਾਸੇ ਕਿਤ। ਪੰਛੀ ਇਸ ਪੇੜ ਤੇ ਆਉਂਦੇ ਹਨ, ਪਰ ਨਿਰਾਸੇ ਜਾਂਦੇ ਹਨ। ਗੁਰੂ ਕਹਿੰਦੇ ਹਨ ਕਿਉਂ? ਕਿਉਂਕਿ ਫਲ ਇਹਦੇ ਫਿੱਕੇ ਹਨ, ਔਰ ਫੁੱਲ ਇਹਦੇ ਬਕਬਕੇ ਹਨ। ਫਲ ਫਿੱਕੇ, ਫੁੱਲ ਬਕਬਕੇ, ਕੰਮ ਨਾ ਆਵੇ ਪੱਤ, ਔਰ ਨਾ ਹੀ ਇਹਦੇ ਪੱਤੇ ਕਿਸੇ ਕੰਮ ਦੇ ਹਨ। ਦਰਸ਼ਨ ਤਾਂ ਵੱਡੇ ਹਨ, ਪਰ ਪੇੜ ਕਿਸੇ ਕੰਮ ਦਾ ਨਹੀਂ ਹੈ ਇਹਨਾਂ ਪੰਛੀਆਂ ਲਈ। ਕੇਵਲ ਉੱਚਾ ਔਰ ਵੱਡਾ ਹੋਣਾ ਹਉਮੈ ਦਾ ਜੀਵਨ ਵਧਾਉਂਦਾ ਹੈ ਮਹਾਰਾਜ। ਔਰ ਉਸ ਹਉਮੈ ਦੇ ਜੀਵਨ ਨੂੰ ਅਸੀਂ ਵਰਤ ਕੇ ਕਿਸੇ ਦੀ ਸੇਵਾ ਵਿੱਚ ਨਾ ਲੀਨ ਕਰ ਸਕੀਏ, ਉਹ ਸਿਰਫ ਹਉਮੈ ਰੂਪ ਵਿੱਚ ਹੀ ਰਹਿ ਜਾਂਦਾ ਹੈ। ਇੱਕ ਵਿਘਨ ਰਹਿ ਜਾਂਦਾ ਹੈ ਜੀਵਨ ਦੇ ਵਿੱਚ। ਕੋਈ ਇਨਸਾਨ ਉੱਚਾ ਔਰ ਵੱਡਾ ਹੈ, ਪਰ ਨਾ ਆਪਣੇ ਕੰਮ ਆਇਆ, ਨਾ ਕਿਸੇ ਹੋਰ ਦੇ। ਉਹ ਫਿਰ ਕੀ ਹੈ? ਇੱਕ ਵਿਘਨ ਹੀ ਬਣ ਕੇ ਰਹਿ ਗਿਆ ਜੀਵਨ ਵਿੱਚ। ਮਹਾਰਾਜ ਨੇ ਫਿਰ ਹੁਣ ਇੱਕ ਸਾਨੂੰ ਉਪਦੇਸ਼ ਦੱਸਿਆ ਹੈ। ਮਿੱਠਤ ਨੀਵੀਂ ਨਾਨਕਾ, ਗੁਣ ਚੰਗਿਆਈਆਂ ਤਤ। ਮਿੱਠਾ ਹੋਣਾ, ਮਿੱਠਾ ਬੋਲਣਾ ਔਰ ਨੀਵਾਂ ਹੋਣਾ,
ਇਹ ਗੁਣਾਂ ਦਾ ਤੱਤ ਹੈ, ਚੰਗਿਆਈਆਂ ਦਾ ਤੱਤ ਹੈ। ਯਾਨੀ ਅਗਰ ਗੁਰਪ੍ਰਸਾਦ ਸੰਭਾਲਣਾ ਹੈ ਤਾਂ ਨੀਵਾਂ ਹੋ ਕੇ ਸੰਭਾਲ ਸਕਦੇ ਹਾਂ, ਹਉਮੈ ਵਿੱਚ ਨਹੀਂ ਸੰਭਾਲਿਆ ਜਾਏਗਾ। ਮਿੱਠਾ ਵੀ ਉਹੀ ਹੋਏਗਾ ਜੋ ਨੀਵਾਂ ਹੋਏਗਾ। ਜੋ ਹੰਕਾਰੀ ਹੋਏਗਾ ਮਹਾਰਾਜ, ਉਹ ਕਦੇ ਵੀ ਮਿੱਠਾ ਨਹੀਂ ਬੋਲ ਪਾਏਗਾ, ਨਹੀਂ ਤਾਂ ਉਹ ਝੂਠ ਬੋਲਦਾ ਹੈ, ਮੈਨੀਪੂਲੇਟਿਵ ਹੈ। ਜੀਵਨ ਵਿੱਚ ਅਸੀਂ ਕਈ ਵਾਰ ਵੱਡੇ ਔਰ ਉੱਚੇ ਲੋਕਾਂ ਨੂੰ ਆਪਣੇ ਲਾਈਫ ਦਾ ਸੈਂਟਰ ਬਣਾ ਲੈਂਦੇ ਹਾਂ। ਸੋਚਦੇ ਹਾਂ ਕਿ ਇਹ ਮਿੱਤਰ ਹਨ, ਇਹ ਸਕੇ ਹਨ, ਪਰ ਹੋ ਸਕਦਾ ਹੈ ਕਿ ਸਮੇਂ ਵਿੱਚ ਅਗਰ ਸਾਨੂੰ ਕਦੇ ਲੋੜ ਵੀ ਪਏ ਤਾਂ ਉਹਨਾਂ ਦਾ ਕੋਈ ਰੋਲ ਵੀ ਨਾ ਹੋਏ। ਵੱਡਾ ਔਰ ਉੱਚਾ ਹੋਣਾ ਇਕੱਲਾ ਹੀ ਕੋਈ ਕੁਆਲਿਟੀ ਨਹੀਂ ਹੈ, ਕਰਮਾਂ ਕਰਕੇ ਮਿਲ ਜਾਂਦਾ ਹੈ ਸਾਨੂੰ। ਪਰ ਉਸ ਨੂੰ ਅੱਗੇ ਅਸੀਂ ਕਿਵੇਂ ਵਰਤ ਰਹੇ ਹਾਂ, ਇਹ ਡਿਫਾਈਨ ਕਰਦਾ ਹੈ ਸਾਡਾ ਹੁਣ ਦਾ ਔਰ ਅੱਗੇ ਦਾ ਜੀਵਨ। ਅਗਰ ਹਉਮੈ ਵਿੱਚ ਹੀ ਰਹੇ ਤਾਂ ਫਿਰ ਖਰਚ ਦਿੱਤਾ ਸਭ ਕੁਝ। ਜੋ ਕਮਾਇਆ ਸੀ ਉਹ ਖਰਚ ਹੋ ਗਿਆ, ਅੱਗੇ ਫਿਰ ਕਿਸ ਤਰ੍ਹਾਂ ਗਿਆ। ਮਹਾਰਾਜ ਕਹਿੰਦੇ ਹਨ ਖਾਲੀ ਹੱਥ ਹੀ ਗਿਆ, ਫਿਰ ਪਛਤਾਵਾ ਹੋਏਗਾ ਜੀਵਨ ਵਿੱਚ। ਇਹ ਅਵਗੁਣ ਹੈ ਜੀਵਨ ਦਾ। ਜਦੋਂ ਮੈਂ ਆਪਣੇ ਜੀਵਨ ਨੂੰ ਸੇਵਾ ਵਿੱਚ ਨਾ ਵਰਤ ਪਾਵਾਂ, ਹਉਮੈ ਤੋਂ ਪਰੇ ਦਾ ਜੀਵਨ ਨਾ ਜਾਣ ਪਾਵਾਂ, ਔਰ ਇਹਦੇ ਨਾਲ ਪਛਤਾਵਾ ਹੋਏਗਾ। ਫਿਰ ਸੁਖਮਨੀ ਸਾਹਿਬ ਦੀ ਇੱਕ ਪੌੜੀ, ਹੁਕਮ ਹੋਇਆ ਸੀ ਸੰਗਤ ਦਾ। 17ਵੀਂ ਪੌੜੀ ਦੇ ਮੈਂ ਉਸ ਦਿਨ ਦਰਸ਼ਨ ਕਰ ਰਿਹਾ ਸੀ। ਅਸ਼ਟਪਦੀ ਤੋਂ 4 ਪਦੀਆਂ ਤੋਂ ਬਾਅਦ ਮਹਾਰਾਜ ਨੇ ਇੱਕ ਬਚਨ ਦਿੱਤਾ, ਨਿੱਕੀ ਕੀੜੀ ਮੈਂ ਕਲ ਰਾਖੇ। ਕਈ ਦਿਨ ਇਹ ਵਿਚਾਰ ਮਨ ਵਿੱਚ ਚੱਲਦਾ ਰਿਹਾ। ਅਸੀਂ ਘੁੰਮਦੇ ਹਾਂ ਸ਼ਹਿਰ ਵਿੱਚ, ਲਾਈਟ 'ਤੇ ਗੱਡੀ ਰੁਕਦੀ ਹੈ, ਸ਼ੀਸ਼ੇ 'ਤੇ ਹਲਕੀ ਜੀ ਆਹਟ ਆਉਂਦੀ ਹੈ, ਕੋਈ ਮੰਗਤਾ ਕੁਝ ਮੰਗ ਰਿਹਾ ਹੈ। ਅਸੀਂ ਕਦੇ ਵੀ ਉਸ ਨੂੰ ਇੰਪੋਰਟੈਂਸ ਨਹੀਂ ਦਿੰਦੇ ਹਾਂ। ਗੁਰੂ ਨੇ ਇਸ ਬਚਨ ਵਿੱਚ ਕੀ ਕਹਿ ਦਿੱਤਾ, ਕਈ ਦਿਨ ਮੈਨੂੰ ਸਮਝ ਨਹੀਂ ਆਇਆ। ਪਰ ਜਿਸ ਨੂੰ ਅਸੀਂ ਨਿੱਕਾ ਸਮਝਦੇ ਹਾਂ, ਨੀਵਾਂ ਸਮਝਦੇ ਹਾਂ, ਗੁਰੂ ਕਹਿੰਦਾ ਹੈ ਉਹਨੂੰ ਦੇਖ, ਉਹਦੇ 'ਚ ਕਲਾ ਵਰਤ ਰਹੀ ਹੈ। ਅਸੀਂ ਨਿੱਘਾ ਦੂਸਰੇ ਪਾਸੇ ਰੱਖਦੇ ਹਾਂ। ਜਿਨ੍ਹਾਂ ਕੋਲ ਸ਼ੋਹਰਤ ਹੈ, ਪੈਸਾ ਹੈ, ਮਾਣ ਹੈ, ਅਸੀਂ ਉਹਨਾਂ ਨੂੰ ਸੈਂਟਰ ਆਫ ਲਾਈਫ ਜਾਣਦੇ ਹਾਂ। ਪਰ ਜਿਹੜਾ ਬਿਲਕੁਲ ਡਿੱਗ ਪਿਆ, ਹੁਣ ਉਹ ਉੱਠੇਗਾ, ਹੁਣ ਉਹਦੇ ਵਿੱਚ ਕਲਾ ਵਰਤੇਗੀ। ਗੁਰੂ ਨਾਨਕ ਸਾਹਿਬ ਦੀ ਪੀਰ ਦਸਤਗੀਰ ਨਾਲ ਜਿਹੜੇ ਵਾਰਤਾਲਾਪ ਹੋਏ ਮੈਨੂੰ ਯਾਦ ਆ ਗਏ। ਉਹਦੇ 'ਚ ਇੱਕ ਤੀਸਰਾ ਪ੍ਰਸ਼ਨ ਪੁੱਛਿਆ ਸੀ ਪੀਰ ਨੇ ਕਿ ਰੱਬ ਕਰਦਾ ਕੀ ਹੈ। ਆਪ ਨੂੰ ਕਥਾ ਯਾਦ ਹੋਏਗੀ। ਪੀਰ ਨੇ ਪੁੱਛਿਆ ਕਿ ਰੱਬ ਤੋਂ ਪਹਿਲਾਂ ਕੀ ਹੈ, ਰੱਬ ਰਹਿੰਦਾ ਕਿੱਥੇ ਹੈ, ਔਰ ਫਿਰ ਕਰਦਾ ਕੀ ਹੈ। ਮਹਾਰਾਜ ਨੇ ਸਮਝਾਇਆ ਰੱਬ ਤੋਂ ਪਹਿਲਾਂ ਕੋਈ ਨਹੀਂ ਹੈ, ਕੁਛ ਨਹੀਂ ਹੈ। ਵਿਧੀ ਨਾਲ ਸਮਝਾਇਆ। ਜਿਹੜਾ ਸਬਜੈਕਟ ਦਾ ਮਾਸਟਰ ਹੁੰਦਾ ਹੈ ਉਹ ਕਈ ਐਗਜ਼ਾਮਪਲ ਸਾਹਮਣੇ ਰੱਖ ਕੇ ਸਮਝਾ ਸਕਦਾ ਹੈ। ਇਸੇ ਤਰ੍ਹਾਂ ਮਹਾਰਾਜ ਨੇ ਸਮਝਾਇਆ। ਫਿਰ ਦੁੱਧ ਦੇ ਨਾਲ ਸਮਝਾਇਆ ਕਿ ਉਹ ਦੁਨੀਆ ਦੇ ਵਿੱਚ ਹੀ ਰਹਿੰਦਾ ਹੈ। ਦਸਤਗੀਰ ਦੇ ਇਸ ਗੱਲ ਦਾ ਜਵਾਬ ਕਿ ਉਹ ਕਰਦਾ ਕੀ ਹੈ, ਮਹਾਰਾਜ ਨੇ ਕਿਹਾ ਆਪ ਥੱਲੇ ਆਓ, ਅਬ ਮੈਂ ਉੱਪਰ ਬੈਠਾਂਗਾ। ਫਿਰ ਹਜੂਰ ਨੇ ਸਮਝਾਇਆ ਇਹੀ ਉਹ ਕਰਦਾ ਹੈ, ਜੋ ਉੱਪਰ ਹੈ ਉਸ ਨੂੰ ਨੀਚੇ ਗਿਰਦਾ ਹੈ, ਜੋ ਗਿਰਿਆ ਉਸ ਨੂੰ ਉੱਪਰ ਉਠਾਉਂਦਾ ਹੈ। ਨੀਕੀ ਕੀੜੀ ਮੈਂ ਕਲ ਰਾਖੇ। ਜੋ ਨੀਵਾਂ ਹੈ ਉਹ ਉੱਪਰ ਨੂੰ ਜਾ ਰਿਹਾ ਹੈ। ਸਾਡੀ ਨਿਗਾਨੀ ਹੈ। ਗੁਰੂ ਅਰਜਨ ਸਾਹਿਬ ਨੇ ਰਾਮ ਸਰੋਵਰ 'ਤੇ ਬੈਠ ਕੇ ਸੁਖਮਨੀ ਸਾਹਿਬ ਦੀ ਇਹ ਬਾਣੀ ਪ੍ਰਗਟ ਕੀਤੀ ਹੈ। ਇੱਕ ਇੱਕ ਪੰਕਤੀ ਮਨ ਨੂੰ ਖੜਾ ਕਰ ਦਿੰਦੀ ਹੈ। ਮੇਰੇ ਤੋਂ ਹੋਇਆ ਹੀ ਨਹੀਂ। ਉਹਨਾਂ ਨੇ ਕਿਹਾ ਸੀ ਕਿ ਅਸ਼ਟਪਦੀ
30-40 ਮਿੰਟ 'ਚ ਖਤਮ ਕਰ ਦੇਣਾ, ਹੋ ਨਹੀਂ ਪਾਇਆ। ਗੁਰੂ ਦੇ ਇੱਕ ਬਚਨ ਹੀ ਇਤਨੇ ਗੰਭੀਰ ਹਨ, ਉਹਨਾਂ ਵਿੱਚ ਮਨ ਦਰਸ਼ਨਾਂ ਵਿੱਚ ਹੀ ਬਹਿ ਜਾਂਦਾ ਹੈ। ਅੱਜ ਗੁਰੂ ਇਸ ਤਰ੍ਹਾਂ ਦੀ ਹੀ ਕੋਈ ਗੱਲ ਸਮਝਾ ਰਹੇ ਹਨ ਮਹਾਰਾਜ। ਮਿੱਠਤ ਨੀਵੀਂ ਨਾਨਕਾ, ਗੁਣ ਚੰਗਿਆਈਆਂ ਤਤ। ਨੀਵਾਂ ਹੋਣਾ ਹੀ ਜੀਵਨ ਦੇ ਤੱਤ ਨੂੰ ਸੰਭਾਲ ਲੈਣ ਦੀ ਵਿਧੀ ਹੈ। ਗੁਰਪ੍ਰਸਾਦ ਨੂੰ ਜੀਵਨ ਵਿੱਚ ਉਤਾਰ ਕੇ ਉਸ ਨੂੰ ਮਨ ਵਿੱਚ ਰੱਖਣ ਦੀ ਵਿਧੀ ਹੈ। ਕਈ ਵਾਰ ਗੁਰੂ ਨੇ ਕਿਤਨੇ ਤਰੀਕਿਆਂ ਨਾਲ ਸਮਝਾਇਆ ਹੈ ਸਾਨੂੰ। ਕਰ ਪੁਨਹੁ ਨੀਚ ਸਦਾਈਏ। ਜੇ ਇਸ ਗੁਰਪ੍ਰਸਾਦ ਨੂੰ ਸੰਭਾਲਣਾ ਹੈ, ਇਹ ਵਿਧੀਆਂ ਬੜੇ ਕੰਮ ਦੀਆਂ ਹਨ ਹਜ਼ੂਰ। ਪੁੰਨ ਕਰ ਔਰ ਨੀਚ ਹੀ ਸਦਾ ਆਪਣੇ ਨੂੰ। ਹਾਰ ਨਾ ਪਵਾਈ, ਤਾੜੀ ਨਾ ਮੁੜਵਾਈ। ਜਦੋਂ ਲੋਕ ਸਲਾਘਾ ਕਰਨ ਆਉਣ ਤੇ ਗਾਇਬ ਹੋ ਜੀ, ਅਪਮਾਨ ਆਏ ਤੇ ਖਲੋ ਜੀ। ਹਉਮੈ ਨੂੰ ਘੇਰਨ ਦੀ ਵਿਧੀਆਂ ਸਮਝਾ ਰਹੇ ਹਨ, ਕਿਉਂਕਿ ਜੀਵਨ ਤੋਂ ਪਰੇ ਦਾ ਇੱਕ ਮਹਿਲ ਦੀ ਤਰ੍ਹਾਂ ਮੈਂ ਕਹਾਂਗਾ। ਇੱਕ ਆਲੀਸ਼ਾਨ ਮਹਿਲ ਰੱਬ ਨੇ ਬਣਾਇਆ ਹੈ, ਜੋ ਸਦਾ ਹੀ ਸਾਡੇ ਨਾਲ ਹੈ। ਉਹ ਵੀਜ਼ਾ ਉਹਦਾ ਹਉਮੈ ਘੇਰਨ ਤੋਂ ਮਿਲਦਾ ਹੈ, ਔਰ ਜਿਸ ਦਿਨ ਮਿਲ ਗਿਆ, ਮਹਾਰਾਜ ਕਹਿੰਦੇ ਨੇ ਜੀਵਨ ਫਿਰ ਇਹਦਾ ਤੱਤ ਸਮਝ ਆ ਜਾਏਗਾ। ਇੱਥੋਂ ਕੀ ਮਿਲ ਸਕਦਾ ਹੈ, ਉਹ ਨਾਲ ਰਹੇਗਾ ਫਿਰ ਸਦਾ। ਬਾਕੀ ਤਾਂ ਚਲੋ ਆਵਾਗੌਣ ਹੈ। ਗੁਰੂ ਨੇ ਉਸ ਨੂੰ ਵੀ ਨਿਰੰਦੇਸ਼ ਨਹੀਂ ਕੀਤਾ, ਇਹ ਨਹੀਂ ਕਿਹਾ ਕਿ ਛੱਡ ਦੇ। ਮਹਾਰਾਜ ਨੂੰ ਸਭ ਪੱਖ ਜੀਵਨ ਦੇ ਪ੍ਰਗਟ ਕਰਕੇ ਜੀ ਕੇ ਸੰਭਾਲਣ ਦੀ ਵਿਧੀਆਂ ਦਸੀਆਂ ਹਨ। ਜੈਸੇ ਜਲ ਮੇਂ ਕਮਲ ਨਿਰਾਲਮ, ਮੁਰਗਾਈ ਨਹਿਸਾਣੇ। ਸੁਰਤ ਸ਼ਬਦ ਭਵ ਸਾਗਰ ਤਰੀਏ, ਨਾਨਕ ਨਾਮ ਬਖਾਣੇ। ਰਹਿਤਾ ਇਧਰ ਹੀ, ਪਰ ਪੰਖ ਗਿੱਲੇ ਨਾ ਹੋਣ ਦੇਈ। ਕਮਲ ਦੀ ਤਰ੍ਹਾਂ ਰਹੀ, ਭੇਜੀ ਨਾ ਇਹਨਾਂ ਤੋਂ। ਇਸ ਜੀਵਨ ਤੋਂ ਪਰੇ ਦੀ ਇੱਕ ਕਮਾਈ ਕਰ ਲੈ, ਫਿਰ ਸਦਾ ਲਈ ਵਿਕਾਸ ਵਿੱਚ, ਸਰਬਤ ਦੇ ਭਲੇ ਵਿੱਚ ਹੀ ਵਸੇਗਾ। ਜਿਸ ਨੂੰ ਉਹ ਦੇਸ਼ ਮਿਲ ਜਾਏ, ਇਸ ਦੇਸ਼ ਵਿੱਚ ਰਹਿੰਦੇ ਹੋਏ, ਗੁਰੂ ਨਾਨਕ ਸਾਹਿਬ ਦੀ ਕਿਰਪਾ ਹੈ, ਹਜ਼ੂਰ ਦੀ ਨਜ਼ਰ ਹੈ ਮਹਾਰਾਜ। ਗੁਰੂ ਦੇ ਵਿੱਚ ਬੜਾ ਪ੍ਰੇਮ ਵਰਤਦਾ ਹੈ। ਇਹ ਜਿਤਨੇ ਵੀ ਪੰਨੇ ਮਹਾਰਾਜ ਨੇ ਸਾਨੂੰ ਬਖਸ਼ੇ ਹਨ, ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਅੰਗ ਬਖਸ਼ੇ ਹਨ, ਇਹ ਸਾਡੇ ਨਾਲ ਪ੍ਰੇਮ ਦੀ ਹੀ ਕਹਾਣੀ ਹੈ। ਨਿਰਾ ਜਿਵੇਂ ਆਪਣੇ ਮਨ 'ਚੋਂ ਪ੍ਰੇਮ ਬਹਿ ਕੇ ਦਰਜ ਕਰ ਲਿਆ ਹੋਏ, ਇੱਕ ਆਸੀਸ ਦਿੱਤੀ ਹੋਏ ਆਪਣੇ ਸਿੱਖ ਨੂੰ, ਉਸ ਖਜ਼ਾਨੇ ਦੀ ਕੁੰਜੀ ਦੇ ਦਿੱਤੀ ਹੈ ਜਿਹੜਾ ਕੋਈ ਲੈ ਨਹੀਂ ਸਕੇਗਾ। ਗੁਰੂ ਨਾਲ ਚੱਲਦਾ ਹੈ ਸਿੱਖ ਦੇ, ਕਦੇ ਵੀ ਦੂਰ ਨਹੀਂ ਹੈ। ਤੋਹੇ ਸੰਗ ਸਮਾਈ। ਕੋਈ ਵਿਧੀ ਹੋ ਜਾਏ ਕਿ ਮੈਂ ਮਨ ਦੀ ਘੜਨ ਵਿੱਚ, ਮਨ ਨੂੰ ਘੜਨ ਵਿੱਚ ਸਮਾਂ ਲਗਾਵਾਂ, ਘੜੀਏ ਸ਼ਬਦ ਸੱਚੀ ਟਕਸਾਲ। ਇਸ ਮਨ ਦੇ ਵਿੱਚੋਂ ਕੂੜ ਦਾ ਲਾਲਚ ਕੱਢਦਿਆਂ ਮਹਾਰਾਜ, ਔਰ ਜੋ ਸਦਾ ਹੀ ਸਾਡੇ ਨਾਲ ਹੈ ਉਹਨੂੰ ਜਾਣ ਲਵਾਂ। ਅੰਮ੍ਰਿਤ ਬਰਕਦਾ ਹੈ, ਗੁਰੂ ਕਹਿੰਦਾ ਹੈ। ਭਾਈ ਗੁਰਦਾਸ ਦੀ ਇੱਕ ਬੜੀ ਪਿਆਰੀ ਕਥਾ ਹੈ। ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਦੀ ਇੱਕ ਕਥਾ ਹੈ ਵੈਸੇ ਤੇ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ, ਚਲ ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਕਰੋੜ ਕਦਮ ਤੇ ਗੁਰੂ ਲੈਣ ਨੂੰ ਆਉਂਦਾ ਹੈ, ਜੇ ਇੱਕ ਕਦਮ ਅਸੀਂ ਲੈ ਲਈਏ। ਏਕ ਬਾਰ ਸਤਿਗੁਰ ਮੰਤਰ ਸਿਮਰਨ ਮਾਤਰ, ਸਿਮਰਨ ਤਾਹੇ ਬਾਰੰਬਾਰ ਗੁਰ ਹੇਤ ਹੈ। ਇੱਕ ਵਾਰ ਗੁਰੂ ਨੂੰ ਯਾਦ ਕਰੀਏ, ਉਹ ਕਈ ਵਾਰ ਯਾਦ ਕਰਦਾ ਹੈ। ਪਾਵਨੀ ਭਗਤ ਪਾਏ, ਕੌਡੀ ਅਗਰ ਭਾਗ ਰਾਖੇ।
ਕੀ ਗੱਲ ਹੋ ਗਈ ਮਹਾਰਾਜ? ਗੁਰੂ ਕਹਿੰਦਾ ਹੈ ਪ੍ਰੇਮ ਨਾਲ ਕੌਡੀ ਵੀ ਰੱਖ ਦੇ। ਭਾਈ ਗੁਰਦਾਸ ਕਹਿੰਦੇ ਹਨ ਇੱਕ ਕੌਡੀ ਵੀ ਰੱਖਦਾ ਹੈ ਆਪਣਾ ਸਿੱਖ। ਇਹ ਕਥਾ ਤਾਂ ਬੜੀ ਨਿਰਾਲੀ ਹੈ, ਪੂਰੀ ਪੜ੍ਹੀ ਜਾਏ ਤੇ ਬੜੀ ਕਮਾਲ ਦੀ ਹੈ। ਕੌਡੀ ਦੀ ਹੀ ਗੱਲ ਹੋਈ ਸੀ ਉੱਥੇ ਗੁਰੂ ਹਰਗੋਬਿੰਦ ਸਾਹਿਬ ਦੇ ਦਰਵਾਜ਼ੇ ਤੇ। ਭਾਵਨੀ ਭਗਤ ਪਾਏ ਕੌਡੀ ਅਗਰ ਭਾਗ ਰਾਖੇ, ਤਾਹੇ ਗੁਰ ਸਰਬ ਨਿਦਾਨ ਦਾਨ ਦੇਤ ਹੈ। ਇਸ ਭਾਵਨਾ ਦੇ ਵਿੱਚ ਸਭ ਕੁਝ ਹੈ। ਗੁਰਦੁਆਰੇ ਲਾਏ ਭਾਵਨੀ, ਗੁਰੂ ਦਾ ਦੁਆਰ ਹੈ ਮਹਾਰਾਜ। ਅਗਰ ਸਿੱਖ ਨੂੰ ਭਾਵਨਾ ਔਰ ਪ੍ਰੇਮ ਨਾਲ ਮੰਗਣਾ ਆ ਜਾਏ ਤਾਂ ਬਜ਼ੁਰਗ ਕਹਿੰਦੇ ਸਨ ਸਭ ਕੁਝ ਲੈ ਸਕਦਾ ਹੈ। ਫਿਰ ਸਾਨੂੰ ਮੰਗਣਾ ਹੀ ਨਹੀਂ ਆਉਂਦਾ, ਭਾਵਨਾ ਵੀ ਸ਼ੁੱਧ ਨਹੀਂ ਹੈ। ਹਜ਼ੂਰ ਕਹਿੰਦੇ ਹਨ ਕਿ ਮਿੱਠਤ ਨੀਵੀਂ ਨਾਨਕਾ, ਗੁਣ ਚੰਗਿਆਈਆਂ ਤਤ। ਨਾਲ ਇਹ ਹੁਣ ਦੱਸਦੇ ਹਨ ਸਾਨੂੰ, ਸਭ ਕੋ ਨਿਵੇ ਆਪ ਕੋ, ਪਰ ਕੋ ਨਿਵੇ ਨਾ ਕੋਏ। ਗੁਰੂ ਦੱਸਦੇ ਹਨ ਸਾਡਾ ਜੀਵਨ ਕਿਸ ਤਰ੍ਹਾਂ ਹੈ। ਅਸੀਂ ਸਭ ਹੰਕਾਰੀ ਜੀਵਨ ਵਿੱਚ ਜੀਂਦੇ ਹਾਂ, ਹਉਮੈ ਦੇ ਜੀਵਨ ਵਿੱਚ ਜੀਂਦੇ ਹਾਂ। ਤਾਂ ਉਹ ਅਸੀਂ ਫਿਰ ਆਪਣੇ ਕਾਰਨਾਂ ਕਰਕੇ ਚੁੱਕਦੇ ਹਾਂ। ਸਭ ਕੋ ਨਿਵੇ ਆਪ ਕੋ, ਆਪਣੇ ਕਾਰਨਾਂ ਕਰਕੇ ਅਸੀਂ ਚੁੱਕਦੇ ਹਾਂ, ਪਰਉਪਕਾਰ ਵਾਸਤੇ ਨਹੀਂ ਚੁੱਕਦੇ ਹਾਂ। ਆਪਣੇ ਹਉਮੈ ਨੂੰ ਹੋਰ ਤਾਕਤਵਰ ਕਰਦੇ ਹਾਂ ਜਦੋਂ ਇਸ ਤਰ੍ਹਾਂ ਮੰਗਦੇ ਹਾਂ। ਪਰ ਜਦੋਂ ਕਦੇ ਪਰਾਏ ਲਈ, ਪਰਉਪਕਾਰ ਲਈ, ਪਰ ਕੋ ਨਿਵੇਂ ਨਾ ਕੋਏ, ਪਰਉਪਕਾਰ ਲਈ ਅਸੀਂ ਕਦੇ ਮੰਗੀਏ ਤਾਂ ਹਉਮੈ ਗਿਰ ਜਾਏਗੀ ਮਹਾਰਾਜ। ਇਹ ਵਿਧੀਆਂ ਹਨ ਜੀਂਦੇ ਜੀ ਹਉਮੈ ਨੂੰ ਗਿਰਨ ਦੀ। ਚੀਨ ਦਾ ਇੱਕ ਬਹੁਤ ਪਿਆਰਾ ਸਾਧੂ ਹੈ ਲਾਓ ਤzu, ਉਹ ਵੀ ਇਹੀ ਗੱਲ ਕਰਦਾ ਹੈ। ਕਹਿੰਦਾ ਮਾਣ ਹੋਏ ਤਾਂ ਭੱਜ ਜਾਈ, ਨਜ਼ਰ ਨਾ ਆਈ ਕਿਧਰ ਹੈ। ਅਪਮਾਨ ਹੋਏ ਤਾਂ ਖਲੋ ਜਾਈ, ਫਿਰ ਨਾ ਹਿੱਲੀ। ਅਪਮਾਨ ਨੂੰ ਪੂਰਾ ਮਹਿਸੂਸ ਕਰੀ, ਜੀਵਨ ਸਮਝ ਆ ਜਾਏਗਾ ਕੀ ਹੈ। ਪਰਉਪਕਾਰ ਵਾਸਤੇ ਮੰਗੀਏ। ਬਜ਼ੁਰਗਾਂ ਦਾ ਇੱਕ ਅਸੂਲ ਹੁੰਦਾ ਸੀ, ਕਹਿੰਦੇ ਸੀ ਆਪਣੇ ਲਈ ਅਰਦਾਸ ਨਾ ਕਰੀ, ਹਮੇਸ਼ਾ ਦੂਸਰੇ ਲਈ ਕਰੀ। ਬੜਾ ਕਠਿਨ ਹੈ ਵੈਸੇ। ਮਹਾਰਾਜ ਕਹਿੰਦੇ ਹਨ ਪਰ ਤਰਾਜੂ ਤੋਲੀਏ ਨਿਵੇਂ ਸੁਗੋਰਾ ਹੋਏ। ਧਰ ਤਰਾਜੂ ਤੋਲੀਏ। ਅਗਰ ਤਰਾਜੂ ਨੂੰ ਵਿੱਚ ਤੋਲਾਂਗੇ ਦੋ ਵਸਤੂਆਂ, ਜਿਹੜੀ ਭਾਰੀ ਹੋਏਗੀ ਉਹ ਨੀਵੀਂ ਹੋਏਗੀ। ਸਮਝਾ ਰਹੇ ਹਨ ਇੱਕ ਤਰੀਕੇ ਨਾਲ ਕਿ ਜਿਸ ਮਨ ਵਿੱਚ ਤੱਤ ਹੋਏਗਾ, ਗਿਆਨ ਹੋਏਗਾ, ਪ੍ਰੇਮ ਹੋਏਗਾ, ਉਹ ਨੀਵਾਂ ਹੋ ਕੇ ਚੱਲੇਗਾ। ਗੁਰੂ ਸਿੱਖ ਨੂੰ ਕਈ ਤਰੀਕਿਆਂ ਨਾਲ ਸਮਝਾਉਂਦੇ ਹਨ। ਹਉਮੈ ਵਿੱਚ ਜਿਹੜਾ ਵਿਚਰਦਾ ਹੈ ਉਸ ਨੂੰ ਸਮਝ ਥੋੜ੍ਹੀ ਆਉਂਦੀ ਹੈ। ਹਉਮੈ ਬੜਾ ਪ੍ਰਬਲ ਨਸ਼ਾ ਕਰਦੀ ਹੈ ਇਨਸਾਨ ਦੇ ਜੀਵਨ ਵਿੱਚ। ਰੋਗ ਹੈ ਨਾ ਹਜ਼ੂਰ, ਹਉਮੈ ਦੀਰਘ ਰੋਗ ਹੈ। ਗੁਰੂ ਸਿੱਖ ਨੂੰ ਬਾਰ-ਬਾਰ ਕਈ ਤਰੀਕਿਆਂ ਨਾਲ ਸਮਝਾਉਂਦੇ ਹਨ ਮਨ ਨੂੰ ਕਿਵੇਂ ਜੋੜਨਾ ਹੈ, ਜਗਾਉਣਾ ਕਿਵੇਂ ਹੈ। ਫਿਰ ਗੁਰੂ ਹੋਰ ਤਰੀਕੇ ਨਾਲ ਇੱਕ ਹੋਰ ਐਗਜ਼ਾਮਪਲ ਦਿੰਦੇ ਹਨ, ਅਪਰਾਧੀ ਦੂਣਾ ਨਿਵੇਂ। ਕਿਵੇਂ ਨਿਵਣਾ, ਨੀਵਾਂ ਆਪਣੇ ਆਪ ਨੂੰ ਗਿਣਨਾ ਮਨ ਕਰਕੇ ਹੋਏਗਾ ਤਾਂ ਹੀ ਅਸਲ ਵਿੱਚ ਨੀਵਾਂ ਹੋਣਾ ਹੈ। ਨਹੀਂ ਤਾਂ ਜਿਹੜਾ ਸ਼ਿਕਾਰ ਕਰਦਾ ਹੈ ਹਿਰਨ ਦਾ, ਉਹ ਵੀ ਨੀਵਾਂ ਹੋ ਕੇ ਸ਼ਿਕਾਰ ਕਰਦਾ ਹੈ, ਦਿਖਦਾ ਨਹੀਂ ਉਹ ਕਿੱਥੇ ਹੈ। ਉਹ ਦੂਣਾ ਨਿਵੇਂ। ਅਪਰਾਧੀ ਦੂਣਾ ਨਿਵੇਂ ਜੋ ਹੰਤਾ ਮਿਰਗਾਏ। ਜਿਵੇਂ ਹੰਤਾ ਹੱਤਿਆ ਕਰਨ ਵਾਲਾ, ਮਿਰਗ ਦਾ ਹੱਤਿਆ ਕਰਨ ਵਾਲਾ ਦੂਣਾ ਨਿਵਦਾ ਹੈ, ਬਹੁਤ ਹੀ ਨੀਵਾਂ ਹੋ ਕੇ ਜਿੰਦਾ ਹੈ, ਮਾਰਦਾ ਹੈ ਉਸਨੂੰ, ਉਹਦਾ ਕੋਈ ਲਾਭ ਨਹੀਂ ਹੈ। ਬਿਨਾਂ ਮਨ ਦੀ ਹਜ਼ੂਰੀ ਦੇ ਨੀਵਾਂ ਨਹੀਂ ਹੋ ਸਕਦਾ ਇਨਸਾਨ। ਸੀਸ ਨਿਵਾਏ ਕਿਆ ਥੀਏ। ਕੇਵਲ ਸਿਰ ਝੁਕਾ ਲੈਣਾ ਬੇਅਰਥ ਹੈ ਮਹਾਰਾਜ।
ਜਾਂ ਹਿਰਦੇ ਕਸੁੱਦੇ ਜਾਹੇ। ਜੇ ਹਿਰਦੇ ਨਾਲ ਨਹੀਂ ਨੀਵਾਂ ਹੋਇਆ, ਗੁਰੂ ਵੀ ਨਾਲ ਆਇਆ, ਸਿਰ ਵੀ ਝੁਕਾਇਆ ਔਰ ਮਨ ਕਰਕੇ ਨਹੀਂ ਝੁਕਿਆ ਤਾਂ ਕੁਛ ਵੀ ਨਹੀਂ ਪਾਇਆ, ਆਪਣਾ ਹੀ ਨੁਕਸਾਨ ਕਰ ਲਿਆ। ਮਹਾਰਾਜ ਨੇ ਅੱਗੇ ਪੂਜਾ ਦੀ ਗੱਲ ਸਮਝਾਈ ਹੈ। ਕਰਮ ਕਾਂਡ ਮਹਿਲਾ ਪਹਿਲਾ। ਪੜ੍ਹ ਪੁਸਤਕ ਸੰਧਿਆ ਬਾਦੰ, ਸਿਲ ਪੂਜਸ ਬਗਲ ਸਮਾਦੰ। ਮਹਾਰਾਜ ਕਹਿੰਦੇ ਹਨ, ਪੁਸਤਕ ਪੜ੍ਹਦਾ ਹੈ, ਗ੍ਰੰਥ ਪੜ੍ਹਦਾ ਹੈ, ਅਧਿਆਤਮਕ ਗ੍ਰੰਥ ਪੜ੍ਹਦਾ ਹੈ। ਸਾਡੇ ਤੇ ਵੀ ਇਹ ਗੱਲ ਟੁਕਦੀ ਹੈ, ਸਾਡੇ ਹੀ ਬਾਰੇ ਗੱਲ ਹੋ ਰਹੀ ਹੈ। ਪੜ੍ਹਦਾ ਹੈ, ਗ੍ਰੰਥ ਪੜ੍ਹਦਾ ਹੈ, ਸੰਧਿਆ ਵਿੱਚ ਪੂਜਾ ਵੀ ਕਰਦਾ ਹੈ ਔਰ ਉਸ 'ਤੇ ਬਹਿਸ ਵੀ ਕਰਦਾ ਹੈ। ਦਰਅਸਲ ਹਉਮੈ ਨੂੰ ਆਦਤ ਹੈ ਬਹਿਸ ਕਰਨ ਦੀ। ਥੋੜ੍ਹੀ ਵੀ ਸ਼ਕਤੀ ਆਏਗੀ ਤਾਂ ਹਉਮੈ ਜਲਦੀ ਬਹਿਸ ਵਿੱਚ ਪੈ ਜਾਏਗਾ, ਜਾਂ ਨਾਰਾਜ਼ ਹੋਏਗਾ, ਗੁੱਸਾ ਹੋਏਗਾ, ਹੰਕਾਰ ਦਿਖਾਏਗਾ। ਇਸ ਤਰ੍ਹਾਂ ਹਉਮੈ ਸਾਡੇ ਖਜ਼ਾਨੇ ਨੂੰ ਖਰਚ ਕਰ ਦਿੰਦਾ ਹੈ। ਸਿਲ ਪੂਜਸ ਬਗਲ ਸਮਾਦਨ। ਮਹਾਰਾਜ ਕਹਿੰਦੇ ਨੇ ਪੱਥਰ ਨੂੰ ਪੂਜਦਾ ਹੈ ਬਗਲੇ ਦੀ ਤਰ੍ਹਾਂ, ਜਿਸ ਤਰ੍ਹਾਂ ਇੱਕ ਬਗਲ ਇੱਕ ਪੈਰ ਵਿੱਚ ਖਲੋ ਜਾਂਦਾ ਹੈ। ਸਮਾਦਨ, ਝੂਠੀ ਸਮਾਧੀ ਦੀ ਤਰ੍ਹਾਂ ਨਾਟਕ ਕਰਦਾ ਹੈ। ਇਹ ਗੱਲ ਸਾਡੇ 'ਤੇ ਵੀ ਟੁਕਦੀ ਹੈ। ਅਸੀਂ ਵੀ ਪੂਜਾ ਦੇ ਕਰਮ ਕਾਂਡ ਕਰਦੇ ਹਾਂ, ਆਪਣੇ ਆਪ ਨੂੰ ਕਨਵਿੰਸ ਕਰਦੇ ਹਾਂ ਅਸੀਂ ਪੂਜਾ ਕਰ ਰਹੇ ਹਾਂ, ਅਸੀਂ ਸ਼ਬਦ ਦੀ ਹਜ਼ੂਰੀ ਵਿੱਚ ਬੈਠੇ ਹਾਂ। ਮਨ ਕਿਧਰੇ ਹੈ, ਬਾਣੀ ਕਿਧਰੇ ਪੜੀ ਜਾ ਰਹੀ ਹੈ। ਮੁਖ ਝੂਠ ਵਿਭੂਖਣ ਸਾਰੰਗ। ਮਹਾਰਾਜ ਕਹਿੰਦੇ ਨੇ ਕਰਮ ਵੀ ਇਹੋ ਜਿਹੇ ਹੀ ਹਨ। ਫਿਰ ਮੁਖ ਤੋਂ ਝੂਠ ਬੋਲਦਾ ਹੈ, ਗਹਿਣੇ ਪਹਿਨਦਾ ਹੈ, ਸੋਹਣਾ ਦਿਖਦਾ ਹੈ, ਪਰ ਬੋਲਦਾ ਝੂਠ ਹੈ। ਗੁਰੂ ਕਹਿ ਰਹੇ ਹਨ, ਜੀਵਨ ਦੇ ਤਤ ਪੂਜਾ ਬਾਰੇ ਸਮਝਾ ਰਹੇ ਹਨ। ਮੁਖ ਝੂਠ ਵਿਭੂਖਣ ਸਾਰੰਗ, ਤ੍ਰੈਪਾਲ ਤਿਹਾਲ ਵਿਚਾਰੰਗ। ਇਹ ਮੈਨੂੰ ਜੋ ਧਿਆਨ ਲੱਗਦਾ ਹੈ, ਗਾਇਤਰੀ ਮੰਤਰ ਦੀ ਸ਼ਾਇਦ ਗੱਲ ਚੱਲ ਰਹੀ ਹੈ। 3 ਵਾਰ 3 ਲਾਈਨਾਂ ਵਾਲਾ ਮੰਤਰ ਦਿਨ ਵਿੱਚ ਉਚਾਰਦਾ ਹੈ, ਵਿਚਾਰਦਾ ਹੈ। ਮੰਤਰ ਦੀ ਗੱਲ ਸਾਡੀ ਵੀ ਇਹੀ ਗੱਲ ਹੈ। ਅਸੀਂ ਵੀ ਬਾਣੀ ਪੜ੍ਹਦੇ ਹਾਂ, ਸਾਡੇ 'ਤੇ ਵੀ ਇਹ ਮਹਾਰਾਜ ਦੀ ਜਿਹੜੀ ਗੱਲ ਹੈ ਮੇਰੇ ਮਨ 'ਤੇ ਵੀ ਟੁਕਦੀ ਹੈ। ਇਹ ਧੋਖਾ ਰੋਜ਼ ਹੋ ਰਿਹਾ ਹੈ, ਮੇਰੇ ਮਨ ਵਿੱਚ ਹੋ ਰਿਹਾ ਹੈ। ਆਪ ਦੇ ਮਨ ਵਿੱਚ ਸ਼ਾਇਦ ਨਾ ਹੋਏ ਤਾਂ ਗੁਰੂ ਦੀ ਕਿਰਪਾ ਹੈ। ਗਲ ਮਾਲਾ ਤਿਲਕ ਲਾਟੰਗ। ਗੁਰੂ ਕਹਿ ਰਹੇ ਹਨ, ਗਲੇ ਦੇ ਵਿੱਚ ਮਾਲਾ ਪਾਈ ਹੈ, ਮਸਤਕ ਦੇ ਵਿੱਚ ਤਿਲਕ ਲਗਾਇਆ ਹੈ। 2 ਧੋਤੀ ਬਸਤਰ ਕਪਾਟੰਗ। 2 ਧੋਤੀਆਂ ਨਾਲ ਰੱਖਦਾ ਹੈ। ਬਸਤਰ ਸਿਰ ਵਿੱਚ ਪਾਏ ਹਨ, ਸਿਰ ਢੱਕਿਆ ਹੈ। ਮਹਾਰਾਜ ਕਹਿੰਦੇ ਨੇ ਤੇ ਸਭ ਕਰਮ ਕਾਂਡ ਹੈ। ਪਰ ਇੱਕ ਗੱਲ ਦੱਸ, ਜੇ ਤੈਨੂੰ ਬ੍ਰਹਮ ਦਾ ਗਿਆਨ ਹੈ, ਬ੍ਰਹਮ ਦੇ ਨੇਚਰ ਦਾ ਗਿਆਨ ਹੈ, ਬ੍ਰਹਮ ਨਿਰੰਕਾਰ, ਇੱਕ ਓਂਕਾਰ, ਗੋਡ, ਅੱਲਾ, ਉਸ ਦੀ ਅਸਲੀਅਤ ਜੇ ਜਾਣਦਾ ਹੈ ਤਾਂ ਸਮਝ। ਜੇ ਜਾਣਸ ਬ੍ਰਹਮੰ ਕਰਮੰ ਸਭ ਫੋਕਟ ਨਿਸ਼ਚੈ ਕਰਮੰ। ਇਹ ਸਾਰੇ ਕਰਮ ਫੋਕਟ ਹਨ। ਨਾਨਕ ਟਿੱਕੇ ਨਾਮ ਬਿਨਾ ਨਾਮ ਦੇ ਬਿਨਾ ਕਿਆ ਟਿੱਕਾ ਕਿਆ ਤਗ। ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਗ। ਗੱਲ ਤੇ ਸਾਰੀ ਬ੍ਰਹਮ ਨੂੰ ਜਾਣਨ ਦੀ ਹੈ, ਬ੍ਰਹਮ ਗਿਆਨ ਦੀ ਹੈ। ਜੀਵਨ ਵਿੱਚ ਇਹ ਕਰਮ ਕਾਂਡ ਹੀ ਕਰਦੇ ਰਹੇ, ਅੰਤਰ ਗਏ ਨਹੀਂ, ਉਸ ਐਕਸਪੀਰੀਅੰਸ ਵਿੱਚ ਉਤਰੇ ਨਹੀਂ ਜਿੱਥੇ ਹਉਮੈ ਖਤਮ ਹੋ ਜਾਂਦੀ ਹੈ। ਤਾਂ ਕਰ ਕੀ ਰਹੇ ਹਾਂ? ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬੈਠਦੇ ਹਾਂ, ਪਰ ਗੁਰੂ ਮਨ ਵਿੱਚ ਪ੍ਰਗਟ ਨਹੀਂ ਹੋ ਰਿਹਾ। ਕਰ ਕੀ ਰਹੇ ਹਾਂ? ਸਾਹਿਬ ਦੀ ਗੱਲ ਕਿਤਨੇ ਤੀਰ ਵਾਂਗ ਲੱਗਦੀ ਹੈ। ਜੇ ਜਾਣਸ ਬ੍ਰਹਮੰ ਕਰਮੰ ਸਭ ਫੋਕਟ ਨਿਸ਼ਚੋ ਕਰਮੰ।
सब कर्म कांड ਇਹ ਫੋਕਟ ਹਨ। अगर धर्म ਨੂੰ नहीं जानिया, ब्रह्म ਨੂੰ नहीं जानिया, सब फोकट निश्चो कर्म। ਇੱਥੇ ਸੀਸ ਝੁਕ ਜਾਂਦਾ ਹੈ। ਤਤ ਗਿਆਨ ਜੀਵਨ ਦਾ ਸਾਹਿਬ ਪ੍ਰਗਟ ਕਰ ਰਹੇ ਹਨ। ਲੋਕਾਂ ਨੂੰ ਨਿਸ਼ਾਨੀਆਂ ਹੀ ਪਕੜ ਕੇ ਜੀਵਨ ਦੇ ਤਤ ਨੂੰ ਗਵਾ ਦਿੰਦੇ ਹਾਂ ਅਸੀਂ ਲੋਕ। ਕਰਮਾਂ ਵਿੱਚ ਬੈਠ ਕੇ ਤਤ ਗਿਆਨ ਨੂੰ ਭੁੱਲ ਜਾਂਦੇ ਹਾਂ। ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਗ। ਕਹੋ ਨਾਨਕ ਨਿਹਚੋਂ ਧਿਆਈਏ ਧਿਆਵੇ। ਕਹੋ ਨਾਨਕ ਨਿਹਚੋਂ ਧਿਆਵੇ, ਵਿਣ ਸਤਿਗੁਰ ਵਾਟ ਨਾ ਪਾਵੇ। ਇੱਥੇ ਤਾਂ ਜੀ ਕਰਦਾ ਹੈ ਚਰਨ ਪਕੜ ਕੇ ਬੈਠ ਜਾਈਏ। ਚਰਨ ਹੁਣ ਇਹਨੂੰ ਗਲਤ ਨਾ ਸਮਝਣਾ। ਸਰੀਰਕ ਚਰਨ ਹੁੰਦੇ ਗੁਰੂ ਦੇ ਸਾਹਮਣੇ ਤਾਂ ਵੀ ਸੌਖਾ ਨਹੀਂ ਹੈ। ਉਹਦੇ ਵਿੱਚ ਹੋਰ ਹੀ ਧੋਖਾ ਜ਼ਿਆਦਾ ਹੈ, ਕਿਉਂਕਿ ਗੁਰੂ ਦੇ ਇਮਤਿਹਾਨ ਵੀ ਬੜੇ ਹੁੰਦੇ ਹਨ। ਗੁਰੂ ਨੇ ਤੇ ਮੁਰਦਾ ਵੀ ਖਾਣ ਨੂੰ ਕਹਿ ਦਿੱਤਾ ਸੀ। ਅਸੀਂ ਤੁਸੀਂ ਕਿੱਥੇ ਖਲੋਂਦੇ। ਸਾਨੂੰ ਲੱਗਦਾ ਕੋਈ ਸਰੀਰਕ ਗੁਰੂ ਮਿਲ ਜਾਏ ਤਾਂ ਸੌਖਾ ਹੈ, ਸਭ ਤੋਂ ਔਖਾ ਹੈ। ਪਹਿਲਾਂ ਤਾਂ ਮਿਲੇਗਾ ਹੀ ਨਹੀਂ, ਮਿਲ ਵੀ ਗਿਆ ਤਾਂ ਅਸੀਂ ਫੋਲੋ ਨਹੀਂ ਕਰ ਪਾਵਾਂਗੇ। ਬਾਣੀ ਨੂੰ ਮਨ ਵਿੱਚ ਉਤਾਰੀਏ, ਬਾਣੀ ਦੇ ਅਭਿਆਸ ਵਿੱਚ ਲੀਨ ਰਹੀਏ। ਕੁਝ ਸਮਾਂ ਦਿਨ ਦਾ ਐਸਾ ਮਿਲ ਜਾਏ ਜਦੋਂ ਬੇਸੁੱਧ ਹੋ ਜਾਏ ਇਨਸਾਨ, ਇਸ ਦੁਨੀਆ ਦੇ ਪਰੇ ਦੀ ਦੁਨੀਆ ਵਿੱਚ ਪਹੁੰਚ ਜਾਏ। ਇਸ ਮਨ को कोई खोजो पाई, तन छूटे मन कहाँ समाई। ਗੁਰੂ ਤਾਂ ਇੱਕ ਬੜੀ ਸਿੰਪਲ ਜੀ ਗੱਲ ਕਰਦੇ ਹਨ। ਕਹਿੰਦੇ ਹਨ ਬਾਹਰ ਦੇ ਦਰਵਾਜ਼ੇ ਬੰਦ ਕਰ ਲੈ। ਊਰਜਾ ਤੇ ਉੱਥੇ ਹੀ ਜਾ ਰਹੀ ਹੈ ਨਾ, ਸ਼ਕਤੀ ਤਾਂ ਇਹਨਾਂ ਦਰਵਾਜ਼ਿਆਂ ਤੋਂ ਹੀ ਜਾ ਰਹੀ ਹੈ, ਇਹਨਾਂ ਨੂੰ ਬੰਦ ਕਰ ਦੇ। ਮੂੰਦ ਲਈਏ ਦਰਵਾਜ਼ੇ, ਬਾਜੀਏ ਲੈ ਅਨਹਦ ਬਾਜੇ। ਤਾਂ ਫਿਰ ਅੰਦਰ ਇੱਕ ਅਨਹਦ ਨਾਦ ਚੱਲ ਰਿਹਾ ਹੈ, ਇੱਕ ਸੈਲੀਬ੍ਰੇਸ਼ਨ ਚੱਲ ਰਹੀ ਹੈ ਆਨੰਦ ਦੀ। ਉਹਦੇ ਨਾਲ ਜੁੜ ਜਾਏਗਾ। ਬੁੱਧਿਜ਼ਮ ਚੀਨ ਤੋਂ ਚਾਨ ਵਿੱਚ ਹੋ ਕੇ ਜਾਪਾਨ ਵਿੱਚ ਜ਼ੈਨ ਬਣ ਗਿਆ। ਉੱਥੇ ਇੱਕ ਧਿਆਨ ਦੀ ਵਿਧੀ ਕਰਦੇ ਹਨ ਉਹ। ਉਹਦਾ ਸਿੱਧੇ ਅਰਥਾਂ ਵਿੱਚ ਅਰਥ ਹੈ ਜ਼ਾਜ਼ੈਨ, ਜਸਟ ਸਿਟਿੰਗ, ਬਸ ਬੈਠ ਜਾ। ਬੈਠ ਗਿਆ, ਜੀਵਨ ਤਿਆਗ ਗਿਆ, ਬੁੱਧੇ ਹੋ ਗਿਆ। ਨਾ ਤਾਂ ਦੁਨੀਆ ਰਹੀ, ਨਾ ਸਰੀਰ ਦਾ ਗਿਆਨ ਰਿਹਾ। ਪਹੁੰਚ ਗਿਆ ਕਿਧਰ। ਮੈਨੂੰ ਕਬੀਰ ਸਾਹਿਬ ਦੀ ਲਾਈਨ ਯਾਦ ਆਉਂਦੀ ਹੈ, ਬਹੁਤ ਪਿਆਰੀ। ਆਸਮਾਨ ਮਿਆਨੇ ਲਹਿੰਗ ਦਰਿਆ, ਗੁਸਲ ਕਰਦਨ ਬੂਦ। ਆਸਮਾਨ ਦੇ ਵਿੱਚ ਪਹੁੰਚ ਗਿਆ, ਉੱਥੇ ਇੱਕ ਦਰਿਆ ਬਹਿ ਰਿਹਾ ਹੈ ਆਨੰਦ ਦਾ। ਕਹਿੰਦੇ ਨੇ ਉਹਦੇ 'ਚ ਇਸ਼ਨਾਨ ਕਰ ਲੈ। ਇਹਨਾਂ ਲੋਕਾਂ ਨੂੰ ਐਕਸਪੀਰੀਅੰਸ ਹੈ ਮਹਾਰਾਜ। ਇਹ ਮੇਰੀ ਤਰ੍ਹਾਂ ਬੋਲਦੇ ਪੜ੍ਹ ਕੇ ਨਹੀਂ ਬੋਲਦੇ ਹਨ, ਇਹਨਾਂ ਨੂੰ ਗਿਆਨ ਹੈ ਉਸ ਅਵਸਥਾ ਦਾ। ਗੁਰੂ ਕਹਿੰਦਾ ਇਹਨੂੰ ਜਾਣ ਲੈ, ਨਹੀਂ ਤਾਂ ਫੋਕਟ ਹੈ ਸਭ ਕੁਝ। ਤੂੰ ਇਹ ਜੋ ਕਰਮ ਕਾਂਡ ਕਰਦਾ ਹੈ, ਕਕਾਰ ਪਾ ਕੇ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਦਾ ਹੈ, ਬਾਣੀ ਪੜ੍ਹਦਾ ਹੈ, ਪਰ ਤੇਰੇ ਮਨ ਵਿੱਚ ਤਾਂ ਕੁਝ ਹੋਇਆ ਨਹੀਂ ਹੈ। ਫਿਰ ਕੀ ਕਰਦਾ ਹੈ? ਬਿਨਾ ਉਸ ਬ੍ਰਹਮ ਨੂੰ ਜਾਣੇ ਸਭ ਫੋਕਟ ਹੈ। ਅਗਰ ਮਨ ਦੇ ਵਿੱਚ ਪ੍ਰੇਮ ਨਹੀਂ ਆਇਆ ਹੈ ਗੁਰੂ ਲਈ, ਤਾਂ ਇਹ ਸਭ ਕਰਮ ਕਾਂਡ ਫੋਕਟ ਹੈ ਮਹਾਰਾਜ। ਗੁਰੂ ਕਹ ਨਾਨਕ ਨਿਹਚੋ ਧਿਆਵੇ। ਨਿਰੰਕਾਰ ਨੂੰ ਧਿਆ, ਉਹਦੇ ਵਿੱਚ ਅਰਾਧਨਾ ਕਰ, ਉਹਦੇ ਵਿੱਚ ਧਿਆਨ ਕਰ। ਅਸੀਂ ਕਿਵੇਂ ਕਰਾਂਗੇ? ਸ਼ਬਦ ਰਾਹੀਂ ਕਰਾਂਗੇ ਮਹਾਰਾਜ। ਪਹਿਲੇ ਅਸੀਂ ਇਕਾਗਰ ਮਨ ਨੂੰ ਜਾਣ ਲਵਾਂਗੇ ਕੀ ਹੈ। ਅਭਿਆਸ ਵਿੱਚ ਬੈਠਣ ਤੋਂ ਪਹਿਲਾਂ ਮਨ ਨੂੰ ਸ਼ਾਂਤ ਕਰਕੇ ਇਕਾਗਰ ਕਰ ਲਈਏ। ਫਿਰ ਗੁਰਪ੍ਰਸਾਦ ਬਖਸ਼ੇਗਾ। ਵਿਣ ਸਤਿਗੁਰ ਵਾਟ ਨਾ ਪਾਵੇ, ਤਾਂ ਰਸਤਾ ਮਿਲੇਗਾ, ਵਾਟ ਮਿਲੇਗੀ। ਗੁਰੂ ਸਾਨੂੰ ਫਿਰ ਉਸ ਅਵਸਥਾ ਵਿੱਚ ਲੈ ਜਾਏਗਾ ਮਨ ਦੀ। ਸੋ ਅਸਥਾਨ ਬਤਾਵੋ ਮੀਤਾ, ਜਾ ਕੇ ਹਰ ਹਰ ਕੀਰਤਨ ਨੀਤਾ। ਨਹੀਂ ਤਾਂ ਸਭ ਫੋਕਟ ਕਰਮ ਹਨ। ਤਤ ਗਿਆਨ ਹੈ ਜੀਵਨ ਦਾ ਮਹਾਰਾਜ।
पौड़ी कपड़ रूप सुहावना, छड़ दुनिया अंदर जावना। अजकल दा साडा जीवन इस तरह है, सोहना शरीर होना चाहिए है और उहदी नुमाइश विच सारा जीवन निकल जाता है। एंटी एजिंग भी हुण चल रही है। कल मैं एक जैन बुद्धिस्ट की स्टोरी सुन रहा सी, ਉਹਦੇ ਵਿੱਚ ਉਹ ਕਹਿੰਦਾ है कि बी ईगर टू ग्रो ओल्ड। गल नहीं समझ आई। कार्ल गुस्ताव जुंग है एक साइकोलॉजी, मॉडर्न साइकोलॉजी की फाउंडेशन रखी है, ਉਹਦੇ 10 पॉइंट हैं, उन्हां 'च एक पॉइंट यह है, वो कहता है बी ईगर टू ग्रो ओल्ड। असी तो उल्टे हाँ, जिवें सानू गुरु समझाता है कि जदों उम्र आएगी, शरीर जाण दा समा आएगा तो कोई रोक नहीं पाएगा। इस तरह वो कहता है कि ਇਹਦੇ शक्ति ना लगा कि मैं यंग दिखना है। बी ईगर टू ग्रो ओल्ड, ਉਹਦੇ ਨਾਲ ਜਿਹੜੀ ਸਾਡੀ जीवन की खिच है वो घट जाती है, क्योंकि यूथ विच खिच ज़्यादा रहिंदी है। तो महाराज कहते हैं कि कपड़ रूप सुहावना, छड़ दुनिया अंदर जावना। ये जिहड़ा सोहना शरीर है, रूप सोहना और शरीर है सोहना, ये तो दुनिया विच छड़ देना है असी। छड़ दुनिया अंदर जावना, यह याद रखना कुछ समय ली है। ਇਹਦੇ ਵਿੱਚ परमानेंस ना देखण लग पैना। मंदा चंगा अपना आपे ही कीता पावना। जो असी चंगा और माड़ा कीता है, ਇਹ ਕਰਮ ਸਾਡੇ ਨਾਲ ਚੱਲਣਗੇ। ਹੁਕਮ ਕੀਏ ਮਨ ਭਾਵ ਦੇ, ਰਾਹ ਭੀੜੇ ਅੱਗੇ ਜਾਵਣਾ। ਇਹ ਹਉਮੈ ਵਾਲਾ ਜਿਹੜਾ ਜੀਵਨ ਅਸੀਂ ਜੀਂਦੇ ਹਾਂ, ਇਹਦੇ ਵਿੱਚ ਹੁਕਮ ਕਰਦੇ ਹਾਂ ਮਨ ਦੇ ਭਾਵਣੇ। ਇਹ ਹਉਮੈ ਰੂਪੀ ਹੁਕਮ ਦੇ ਵਾਲੇ ਨਿਰੰਕਾਰ ਨਾਲ ਜੁੜ ਕੇ ਇਹ ਹੁਕਮ ਨਹੀਂ ਹਨ, ਇਹ ਮੇਰੇ ਮਨ ਤੋਂ ਜਾਗਰ ਹੋਏ ਮੈਂ ਦੇ ਹੁਕਮ ਹਨ। ਹੁਕਮ ਕੀਏ ਮਨ ਭਾਵ ਦੇ, ਮੇਰੇ ਮਨਮੁਖੀ ਜੀਵਨ ਤੋਂ, ਹਉਮੈ ਰੂਪੀ ਈਗੋ ਮਾइंड ਤੋਂ ਇਹ हुक्म हो रहे हैं। कुछ भी कर रहा हाँ मैं, उस ईगो माइंड तो अराइज हो रहे हैं। वो सारे मैनू भुगतने पैणगे, अगे उन्हों का भुगतान होना पेगा, अगे भीड़ा राह मिलेगा, अगे उहदे रिपरकशन सहने पैणगे। ईगो माइंड का बैलेंस बड़ा सीधा है, जो करेगा वो भरना पेगा, फिर डर भी लगेगा उहदे करके। हंकार दे मन विच डर ही लगेगा, डर लगेगा ही, क्योंकि सब कुछ जो मैं कमांदा हाँ हौमे विच वो गवाया जाएगा। हुण नंगा दोजक चालिया तां दिसे खड़ा डरावना। जदों ये सब नंगा होएगा, जीवन समझ आ जाएगा कि हुण शरीर तो परे दा जीवन दिख गया, निचोड़ निकल आया जीवन दा, तां नरक नज़र आएगा सामने। दोजक चालिया, एक नरक बन जाएगा जीवन। मन क्योंकि हंकार दे मन विच जी रहा है, और हंकार दा मन नरक दा ही जीवन है। कर अवगुण पछतावना। हौमे दा जीवन जियांगे महाराज तां पछतावांगे। निरंकार दे घर विच नाम दी गति है, ब्रह्म दी अवस्था नूं जानण दी गति है। जिन नाम विसरिया अवगुण मुट्ठी रोए। अवगुण हैं जिन्हां ने नाम नूं विसर गए, जिन्हां ने नाम नूं छड़ दिता, वो रोए रोणगे भी, और वो अवगुण विच जी रहे हैं। गुरु नानक साहब दे नाल कुछ शब्द विचारते हैं, उन्हां दी बाणी दे दर्शन मन विच हुंदे हैं। गुरु एक तत्त ज्ञान की गल सानू समझा रहे हैं। जीवन का फोकस और निगाह कित्थे रख के जीना है, यह सानू दस रहे हैं। असी हौमे वाला जीवन जींदे हाँ, पर उसके परे का जीवन अगर नहीं जाणांगे तो नरक भोगांगे। फिर कर अवगुण पछतावना। स्वामी को ग्रह जियो सदा, स्वान तजत नहीं नित। नानक एह बिद हर भजो, एक मन होए एक चित।
ਇੱਕ ਕੁੱਤਾ ਆਪਣੇ ਮਾਲਕ ਦਾ ਘਰ ਨਹੀਂ ਛੱਡਦਾ ਹੈ। ਸਵਾਮੀ ਕੋ ਗ੍ਰਹਿ ਜੀਓ ਸਦਾ, ਸਦਾ ਆਪਣੇ ਮਾਲਕ ਦੇ ਘਰ ਵਿੱਚ ਰਹਿੰਦਾ ਹੈ। ਸਵਾਨ ਤਜਤ ਨਹੀਂ ਨਿਤ, ਔਰ ਛੱਡਦਾ ਨਹੀਂ ਹੈ। ਇਸੇ ਤਰ੍ਹਾਂ ਮਹਾਰਾਜ ਸਾਨੂੰ ਪ੍ਰੇਰਨਾ ਦਿੰਦੇ ਹਨ, ਨਾਨਕ ਇਹ ਬਿਦ ਹਰ ਭਜੋ, ਇੱਕ ਮਨ ਹੋਏ ਇੱਕ ਚਿੱਤ। ਇੱਕ ਮਨ ਔਰ ਇੱਕ ਚਿੱਤ ਦੇ ਨਾਲ ਨਿਰੰਕਾਰ ਨੂੰ ਭਜਨ ਕਰੀਏ। ਮੈਨੂੰ ਲੱਗਦਾ ਇਹਦਾ ਸਭ ਤੋਂ ਵੱਡਾ ਵਿਘਨ ਇਹ ਹੈ ਕਿ ਮੈਂ ਮਨ ਦੀ ਇਕਾਗਰਤਾ ਨੂੰ ਨਹੀਂ ਜਾਣਦਾ ਹਾਂ। ਮੇਰਾ ਮਨ ਕੌਨਸਟੈਂਟਲੀ ਮੂਵਮੈਂਟ ਵਿੱਚ ਰਹਿੰਦਾ ਹੈ। ਇੱਕ ਮਨ ਔਰ ਇੱਕ ਚਿੱਤ ਕੀ ਹੈ ਇਹਦਾ ਗਿਆਨ ਨਹੀਂ ਹੈ ਮੈਨੂੰ। ਲੋੜ ਹੈ ਉਸ ਨੂੰ ਜਾਣਨ ਦੀ, ਉਸ ਨੂੰ ਪਕਾਉਣ ਦੀ, ਉਸ ਅਭਿਆਸ ਵਿੱਚ ਫਿਰ ਸ਼ਬਦ ਦੇ ਵਿੱਚ ਲੀਨ ਹੋਣ ਦੀ। ਅੱਜ ਦੀ ਵਿਚਾਰ ਮਹਾਰਾਜ ਗੁਰੂ ਦੀ ਕਿਰਪਾ ਨਾਲ, ਸੰਗਤ ਦੀ ਅਸੀਸ ਨਾਲ ਇਤਨੀ ਹੀ ਪ੍ਰਵਾਨ ਕਰਨਾ। ਮੇਰੀਆਂ ਗਲਤੀਆਂ ਖਿਮਾ ਕਰ ਦੇਣਾ ਹਜ਼ੂਰ। ਮਹਾਰਾਜ ਅਸੀਸ ਬਖਸ਼ਣ, ਨਾਮ ਦੀ ਕਮਾਈ ਬਖਸ਼ਣ, ਜੀਵਨ ਦਾ ਤਤ ਗਿਆਨ ਵੱਲ ਜੀਵਨ ਬਹੇ। ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।